ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ ਅਤੇ ਸਾਨੂੰ ਆਪਣੀਆਂ ਚਰਾਗਾਹਾਂ ਦੇ ਵਿੱਚ ਚਰਾ ਕੇ ਸਾਨੂੰ ਤ੍ਰਿਪਤ ਕਰਦਾ ਹੈ। ਅੱਜ ਦੇ ਵਚਨ ਦੇ ਨਾਲ ਵੀ ਸਾਨੂੰ ਤ੍ਰਿਪਤ ਕਰ, ਜਿਸ ਦੇ ਨਾਲ ਅਸੀਂ ਤੇਰੀ ਆਮਦ ਦੀ ਜਿਉਂਦੀ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਵਧਦੇ ਹੋਏ ਤੇਰੇ ਨਾਮ ਨੂੰ ਉੱਚਾ ਕਰ ਸਕੀਏ। ਅਜਿਹਾ ਹੋਣ ਦੇ ਲਈ ਮੰਗ ਕਰ। ਜਿੰਨੇ ਵੀ ਤੇਰੇ ਵਚਨ ਨੂੰ ਸੁਣ ਰਹੇ ਨੇ ਉਹਨਾਂ ਨੂੰ ਬਰਕਤ ਦੇ। ਉਹ ਜੋ ਤੇਰਾ ਦਾਸ ਬੋਲ ਰਿਹਾ ਉਸ ਨੂੰ ਬੋਲਣ ਦੇ ਲਈ ਆਪਣੇ ਪਵਿੱਤਰ ਆਤਮਾ ਤੋਂ ਅਲਫਾਜ਼ ਦੇ, ਤਾਂ ਕਿ ਹਰ ਇੱਕ ਇਸ ਵਚਨ ਦੇ ਨਾਲ ਤ੍ਰਿਪਤ ਹੋਵੇ ਔਰ ਤੇਰੇ ਨਾਮ ਦੀ ਇਹ ਸਾਰਾ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਭਾਗ ਹੈ ਮੈਂ ਉਹ ਲਿਆ ਹੈ ਹਿਜ਼ਕੀਏਲ ਦੀ ਪੁਸਤਕ 34 ਅਧਿਆਏ 11 ਤੋਂ 16। ਮੈਂ ਇਸ ਨੂੰ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੋਇਆ ਹੈ, ਕਿਉਂ ਜੋ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਵੇਖ ਮੈਂ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ, ਜਿੱਦਾਂ ਅਯਾਲੀ ਆਪਣੇ ਇੱਜੜ ਨੂੰ ਲੱਭਦਾ ਹੈ, ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹਦੀਆਂ ਭੇਡਾਂ ਖਿੱਲਰ ਗਈਆਂ ਹੋਣ, ਉਦੋਂ ਹੀ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਥਾਂ ਜਿੱਥੇ ਉਹ ਬੱਦਲ ਅਤੇ ਹਨੇਰੇ ਦੇ ਦਿਨ 'ਚ ਖਿੱਲਰ ਗਈਆਂ ਸਨ ਛੁਡਾ ਲਵਾਂ ਅਤੇ ਮੈਂ ਉਹਨਾਂ ਲੋਕਾਂ ਵਿੱਚੋਂ ਮੋੜ ਲਿਆਵਾਂਗਾ ਔਰ ਸਾਰੇ ਦੇਸ਼ਾਂ ਵਿੱਚ ਇਕੱਠੇ ਕਰਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਸਰਾਇਲ ਦੇ ਪਰਬਤਾਂ ਤੇ ਲਹਿਰਾਂ ਦੇ ਉੱਤੇ ਅਤੇ ਦੇਸ਼ ਦੇ ਸਾਰੇ ਵਸਦੇ ਸਥਾਨਾਂ ਵਿੱਚ ਚਰਾਵਾਂਗਾ ਅਤੇ ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ। ਉਹਨਾਂ ਦੇ ਬਾੜੇ ਇਸਰਾਇਲ ਦੇ ਉੱਚੇ ਪਰਬਤਾਂ ਤੇ ਹੋਣਗੇ, ਉੱਥੇ ਉਹ ਚੰਗੇ ਬਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਸਰਾਇਲ ਦੇ ਪਰਬਤਾਂ ਤੇ ਚਰਨਗੀਆਂ। ਮੈਂ ਹੀ ਆਪਣੇ ਇੱਜੜ ਨੂੰ ਚਰਾਵਾਂਗਾ ਅਤੇ ਮੈਂ ਹੀ ਉਹਨਾਂ ਨੂੰ ਲਟਾਵਾਂਗਾ। ਪ੍ਰਭੂ ਯਹੋਵਾ ਦਾ ਵਾਕ ਹੈ। ਮੈਂ ਗੁਆਚੀਆਂ ਹੋਈਆਂ ਦੀ ਭਾਲ ਕਰਾਂਗਾ ਅਤੇ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ ਅਤੇ ਟੁੱਟੀਆਂ ਨੂੰ ਵੰਨਾਂਗਾ ਅਤੇ ਲਿੱਸੀਆਂ ਨੂੰ ਤਗੜੇ ਕਰਾਂਗਾ ਔਰ ਮੋਟੀਆਂ ਅਤੇ ਜ਼ੋਰਾਵਰ ਨੂੰ ਮਾਰਾਂਗਾ। ਮੈਂ ਉਹਨਾਂ ਨੂੰ ਨਿਆਂ ਨਾਲ ਚਰਾਂਗਾ। ਇਹ ਜੋ ਮੈਂ ਖੰਡ ਪੜ੍ਹਿਆ ਹੈ ਇੱਕ ਚਰਵਾਹੇ ਦੇ ਬਾਰੇ ਹੈ ਔਰ ਇਸ ਦਾ ਸਬਜੈਕਟ ਹੈ ਅੱਛਾ ਚਰਵਾਹਾ, ਸਰਵੋਤਮ, ਸਭ ਤੋਂ ਅੱਛਾ ਚਰਵਾਹਾ। ਔਰ ਇਸ ਵਿੱਚ ਮੈਂ ਚਰਵਾਹੇ ਦੀ ਜੋ ਗੱਲ ਇਸ ਵਿੱਚ ਪੜ੍ਹੀ ਹੈ, ਚਰਵਾਹੇ ਦੀ ਭੂਮਿਕਾ ਦੇ ਬਾਰੇ, ਉਸ ਨੂੰ ਮੈਂ ਆਪ ਨੂੰ ਦੱਸਦਾ ਹਾਂ। ਚਰਵਾਹੀ ਦਾ ਧੰਦਾ ਮਨੁੱਖ ਜਾਤੀ ਦੇ ਵਿੱਚ ਆਰੰਭਿਕ ਧੰਦਿਆਂ ਦੇ ਵਿੱਚੋਂ ਇੱਕ ਹੈ। ਪਹਿਲੀ ਗੱਲ, ਕਿਉਂਕਿ ਜਦੋਂ ਉਤਪਤੀ ਪੁਸਤਕ 4 ਅਧਿਆਏ ਦੇ ਵਿੱਚ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਆਦਮ ਦੇ ਜੋ ਦੂਸਰੇ ਪੁੱਤਰ ਹਾਬਿਲ ਨੂੰ ਭੇਡਾਂ ਦਾ ਅਯਾਲੀ ਅਤੇ ਇਯਾਰ ਚਰਵਾਹਾ ਦੇਖਦੇ ਹਾਂ ਤੇ ਅਸੀਂ ਇਹ ਦੇਖਦੇ ਹਾਂ ਕਿ ਬਾਈਬਲ ਦੀਆਂ ਘਟਨਾਵਾਂ ਦੇ ਸੰਬੰਧਿਤ ਸੁੱਕੇ ਅਤੇ ਮਰੂਸਥਲ ਅਤੇ ਪਹਾੜ ਅਤੇ ਉੱਚੇ ਟਿੱਲਿਆਂ ਦੇ ਉੱਤੇ ਜੋ ਲੋਕ ਰਹਿੰਦੇ ਆ ਉਹ ਚਰਵਾਹੀ ਦਾ ਜੀਵਨ ਬੜੀਆਂ ਕਠਿਨਾਈਆਂ ਦੇ ਨਾਲ ਬਤੀਤ ਕਰਦੇ ਆ। ਉਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਅਤੇ ਜੰਗਲੀ ਜਾਨਵਰਾਂ ਦੇ ਵਿੱਚੋਂ ਉਸ ਦਾ ਸਾਹਮਣਾ ਕਰਨਾ ਪੈਂਦਾ ਸੀ। ਅਸੀਂ ਇਸ ਨੂੰ ਉਤਪਤੀ ਪੁਸਤਕ ਉਸ ਦਾ 31 ਅਧਿਆਏ ਉਸ ਦੀ 38 ਤੋਂ 40 ਆਇਤਾਂ ਵਿੱਚ ਵੇਖਦੇ ਹਾਂ ਅਤੇ ਆਮੋਸ ਦੀ ਪੁਸਤਕ 3 ਦਾ 12 ਵਿੱਚੋਂ ਵੀ ਵੇਖਦੇ ਹਾਂ।
ਇਹ ਅਚਰਜ ਦੀ ਗੱਲ ਨਹੀਂ ਕਿ ਚਰਵਾਹਾ ਸ਼ਬਦ ਪਰਮੇਸ਼ਰ ਦੇ ਲੋਕਾਂ ਅਤੇ ਆਗੂਆਂ ਦੇ ਲਈ ਚਿੰਨ੍ਹ ਬਣ ਗਿਆ। ਇਹ ਵੱਲ ਸਿਰਫ ਦੇਖਭਾਲ ਅਤੇ ਅਗਵਾਈ ਦਾ ਨਹੀਂ ਹੈ, ਪਰ ਕਠਿਨਾਈ ਦੇ ਸਮਿਆਂ ਦੇ ਵਿੱਚ ਸਹਿਣਸ਼ੀਲ ਬਣੇ ਰਹਿਣ ਦੇ ਲਈ ਵੀ ਹੈ। ਚਰਵਾਹੇ ਉਹਨਾਂ ਸਭ ਵਿਰੋਧੀਆਂ ਨਾਲ ਲੜਨ ਦੇ ਲਈ ਤਿਆਰ ਰਹਿਣਾ ਹੈ ਜੋ ਉਹਨਾਂ ਦੇ ਵਿਰੋਧ ਕਰਦੇ ਹਨ ਅਤੇ ਉਹਨਾਂ ਦੀ ਦੇਖਭਾਲ ਅਤੇ ਭਲਾਈ ਕਰਨ ਦੇ ਲਈ ਉੱਤਰਦਾਈ ਹਨ। ਮੈਂ ਇਸ ਚਰਵਾਹੀ ਸ਼ਬਦ ਨੂੰ ਚੰਗੀ ਤਰ੍ਹਾਂ ਨਾਲ ਸਮਝਦਾ ਅਤੇ ਜਾਣਦਾ ਹਾਂ। ਜਿਨ੍ਹਾਂ ਨੇ ਚਰਵਾਹੀ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਚਰਵਾਹੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਔਰ ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਚਰਵਾਹੀ ਸ਼ਬਦ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਆਪਣੀਆਂ ਭੇਡਾਂ ਅਤੇ ਇੱਜੜ ਨੂੰ ਚਰਾਉਂਦੇ ਸੀ, ਉਹ ਕਿੰਨੇ ਗੰਭੀਰ ਅਤੇ ਆਪਣੇ ਉਹਨਾਂ ਇੱਜੜ ਦੇ ਪ੍ਰਤੀ ਕਿੰਨੇ ਜ਼ਿੰਮੇਵਾਰ ਲੋਕ ਹੁੰਦੇ ਸੀ। ਮੈਂ ਆਪਣੇ ਪਿਤਾ ਦੇ ਘਰ ਦੇ ਵਿੱਚ ਜਦੋਂ ਸਾਡੇ ਪਸ਼ੂ ਹੁੰਦੇ ਸੀ ਤਾਂ ਅਸੀਂ ਉਹਨਾਂ ਨੂੰ ਜੰਗਲਾਂ ਅਤੇ ਪਹਾੜਾਂ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸਾਂ ਅਤੇ ਕਿਸ ਤਰ੍ਹਾਂ ਅਸੀਂ ਉਹਨਾਂ ਭੇਡਾਂ ਦੀ ਅਤੇ ਕਿਸ ਤਰ੍ਹਾਂ ਅਸੀਂ ਉਹਨਾਂ ਜਾਨਵਰਾਂ ਦੀ ਅਸੀਂ ਰੱਖਿਆ ਕਰਦੇ ਸੀ ਅਤੇ ਉਹਨਾਂ ਨੂੰ ਅਜਿਹੇ ਜਗ੍ਹਾ ਦੇ ਉੱਤੇ ਲੈ ਕੇ ਜਾਂਦੇ ਸੀ ਜਿੱਥੇ ਹਰੀ ਘਾਹ ਹੋਵੇ, ਹਰਿਆਲੀ ਦਾ ਭੋਜਨ ਹੋਵੇ। ਅਸੀਂ ਉਸ ਦੇ ਲਈ ਦੂਰ ਦੂਰ ਤੱਕ ਵੀ ਚਲੇ ਜਾਂਦੇ ਸੀ ਅਤੇ ਸ਼ਾਮਾਂ ਨੂੰ ਮੁੜ ਕੇ ਫਿਰ ਅਸੀਂ ਉਹਨਾਂ ਨੂੰ ਉਹਨਾਂ ਦੇ ਬਾੜੇ ਦੇ ਵਿੱਚ ਲੈ ਆਉਂਦੇ ਸੀ। ਇੱਕ ਵਾਰ ਦੀ ਗੱਲ ਹੈ, ਅਸੀਂ ਪਹਾੜਾਂ ਦੇ ਵਿੱਚ ਆਪਣੇ ਪਸ਼ੂਆਂ ਨੂੰ ਅਤੇ ਆਪਣੇ ਇੱਜੜ ਨੂੰ ਅਸੀਂ ਲੈ ਕੇ ਚਲੇ ਗਏ ਅਤੇ ਝਰਨਿਆਂ ਦੇ ਕੋਲ ਅਸੀਂ ਅਲੱਗ ਦੂਰ ਜਾ ਕੇ ਉੱਪਰ ਬਹਿ ਗਏ ਅਤੇ ਥੱਲੇ ਸਾਡੀ ਨਿਗਾਹ ਹੁੰਦੀ ਸੀ ਕਿ ਕਿਸ ਤਰ੍ਹਾਂ ਕਿਹੜਾ ਪਸ਼ੂ ਕਿੱਥੇ ਹੈ ਤੇ ਜੇ ਕੋਈ ਉਸ ਨੂੰ ਨੁਕਸਾਨ ਵੀ ਕਰ ਰਿਹਾ ਤਾਂ ਸਾਨੂੰ ਉਸ ਦੇ ਬਾਰੇ ਪਤਾ ਲੱਗ ਜਾਏ ਔਰ ਅਸੀਂ ਉਸ ਦੀ ਰੱਖਿਆ ਵੀ ਕਰ ਸਕੀਏ। ਉੱਥੋਂ ਕੁਝ ਮਨੁੱਖ ਜੰਗਲ ਦੇ ਵਿੱਚੋਂ ਲੰਘ ਰਹੇ ਸਨ। ਉਹਨਾਂ ਨੇ ਦੇਖਿਆ ਭੇਡਾਂ ਚੱਲ ਰਹੀਆਂ ਹੈ, ਪਸ਼ੂ ਚੱਲ ਰਹੇ ਆ, ਪਰ ਇਹਨਾਂ ਦਾ ਕੋਈ ਅਯਾਲੀ ਸਾਨੂੰ ਨਜ਼ਰ ਨਹੀਂ ਆ ਰਿਹਾ। ਅਸੀਂ ਬਹੁਤ ਦੂਰ ਤੱਕ ਦੇਖਿਆ ਪਰ ਉਹਨਾਂ ਨੇ ਉਹ ਤਾਹਾਂ ਨਹੀਂ ਦੇਖਿਆ ਕਿ ਅਸੀਂ ਬੈਠੇ ਹਾਂ ਅਤੇ ਆਪਣਾ ਕੰਮ ਕਰ ਰਹੇ ਹਾਂ, ਅਸੀਂ ਆਪਣੀ ਪੜ੍ਹਾਈ ਵੀ ਕਰ ਰਹੇ ਹਾਂ, ਨਾਲ ਨਾਲ ਉਹਨਾਂ ਦੀ ਚਰਵਾਹੀ ਵੀ ਕਰ ਰਹੇ। ਜਦੋਂ ਸ਼ਾਮ ਦਾ ਵੇਲਾ ਹੋਇਆ, ਉਹ ਵਿਅਕਤੀ ਉੱਥੇ ਬੈਠਾ ਦੇਖ ਰਿਹਾ ਸੀ। ਅਸੀਂ ਉੱਪਰੋਂ ਇੱਕ ਸੀਟੀ ਜਿਹੀ ਆਵਾਜ਼ ਮਾਰੀ ਅਤੇ ਸਾਰੇ ਜਿੰਨੇ ਸਾਡੇ ਜਾਨਵਰ ਸੀ ਜਾਂ ਜਿੰਨੇ ਵੀ ਸਾਡੇ ਪਸ਼ੂ ਸੀ, ਭੇਡਾਂ ਸੀ, ਉਹ ਸਭ ਇਕੱਠੀਆਂ ਹੋ ਗਈਆਂ ਅਤੇ ਜਿਹੜੇ ਆਪਣਾ ਸਾਡੇ ਨਾਲ ਸਾਡੇ ਦੋਸਤ ਮਿੱਤਰ ਵੀ ਚਾਰਨ ਲਈ ਆਉਂਦੇ ਸੀ, ਉਹਨਾਂ ਦੀਆਂ ਭੇਡਾਂ ਵੀ ਉਹਨਾਂ ਦੀ ਵਿਸਲ ਦੇ ਨਾਲ ਪਛਾਣੀਆਂ ਜਾਂਦੀਆਂ ਸੀ ਅਤੇ ਉਹ ਆਪਣੇ ਚਰਵਾਹੇ ਦੇ ਮਗਰ ਹੋ ਜਾਂਦੀਆਂ ਤੇ ਜਿਹੜੀਆਂ ਸਾਡੀਆਂ ਸੀ ਉਹ ਸਾਡੇ ਮਗਰ ਹੋ ਤੁਰਦੀਆਂ ਸੀ ਅਤੇ ਅਸੀਂ ਉਹਨਾਂ ਨੂੰ ਬਾੜੇ ਦੇ ਵਿੱਚ ਜਾ ਕੇ ਬਾੜ ਦਿੰਦੇ ਸੀ। ਔਰ ਉਸ ਦੇ ਲਈ ਅਸੀਂ ਦਿਸ਼ਾ ਨਹੀਂ, ਉਹ ਜਿਵੇਂ ਜਿਵੇਂ ਅਸੀਂ ਅੱਗੇ ਚੱਲਦੇ ਜਾ ਰਹੇ ਹਾਂ ਉਹ ਸਾਡੇ ਪਿੱਛੇ ਪਿੱਛੇ ਚੱਲਦੇ ਆ ਰਹੇ, ਸਾਰਾ ਇੱਜੜ ਸਾਡੇ ਪਿੱਛੇ ਪਿੱਛੇ ਚੱਲਦਾ ਹੈ। ਪਰ ਕਈ ਵਾਰ ਜਿੱਦਾਂ ਸਾਡੇ ਵਿੱਚ ਕਈ ਭੇਡਾਂ ਹੁੰਦੀਆਂ ਸੀ, ਬਾਗ ਹੁੰਦੇ ਸੀਗੇ ਜੰਗਲਾਂ ਦੇ ਵਿੱਚ, ਉਹ ਕਈ ਭੇਡਾਂ ਨੂੰ ਜਾਂ ਕਿਸੇ ਚੀਜ਼ ਨੂੰ ਆਪਣਾ ਚੁੱਕ ਕੇ ਲੈ ਜਾਂਦੇ ਸੀ। ਉਹਨਾਂ ਤੋਂ ਕਿੱਦਾਂ ਅਸੀਂ ਉਹਨਾਂ ਨੂੰ ਛੁਡਾਉਂਦੇ ਸੀ ਅਤੇ ਕਿੱਦਾਂ ਸ਼ਿਕਾਰ ਕਰਦੇ ਸੀ ਸਾਨੂੰ ਪਤਾ ਲੱਗ। ਕਈ ਵਾਰ ਸਾਨੂੰ ਆਪਣੀ ਜਾਨ ਦੇ ਉੱਤੇ ਵੀ ਜੋਖਮ ਉਠਾਉਣਾ ਪੈਂਦਾ ਸੀ। ਕਈ ਵਾਰ ਅਸੀਂ ਕਈ ਜਾਨਵਰਾਂ ਨੂੰ ਉਸ ਜੰਗਲ ਦੇ ਵਿੱਚ ਲੜਦੇ ਹੋਏ ਵੇਖਦੇ ਸੀ ਅਤੇ ਅਸੀਂ ਦੇਖਦੇ ਸੀ ਅਸੀਂ ਆਪਣਾ ਬਚਾਅ ਉਹਨਾਂ ਤੋਂ ਕਿੱਦਾਂ ਕਰੀਏ। ਇੱਥੇ ਜੋ ਸਰਵੋਤਮ ਚਰਵਾਹੇ ਦਾ ਜ਼ਿਕਰ ਕੀਤਾ ਗਿਆ ਹੈ ਉਹ ਬੜਾ ਅਦਭੁਤ ਹੈ। ਪੌਲਸ ਰਸੂਲ ਨੇ ਵੀ ਇਸ ਦਾ ਬੜੇ ਅੱਛੇ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਹੈ। ਪ੍ਰਭੂ ਯਿਸੂ ਮਸੀਹ ਨੇ ਵੀ ਇਸ ਦਾ ਬੜੇ ਅੱਛੇ ਤਰੀਕੇ ਨਾਲ ਇਸਤੇਮਾਲ ਕੀਤਾ ਹੈ ਔਰ ਪਰਮੇਸ਼ਰ ਨੇ ਵੀ ਬੜੇ ਅੱਛੇ ਤਰੀਕੇ ਨਾਲ ਇਸਤੇਮਾਲ ਕੀਤਾ ਹੈ। ਉਹ ਯਹੋਵਾ ਐਂ ਫਰਮਾਉਂਦਾ, ਵੇਖ ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ। ਇਹਦਾ ਮਤਲਬ ਪਰਮੇਸ਼ਰ ਸਭ ਤੋਂ ਅੱਛਾ ਅਤੇ ਸਰਵੋਤਮ ਚਰਵਾਹਾ ਹੈ ਜਿਸ ਨੇ ਮੈਨੂੰ ਲੱਭਣ ਦੇ ਲਈ ਅਤੇ ਹੋਰ ਸਾਰੀਆਂ ਜਿਹੜੀਆਂ ਗੁਆਚੀਆਂ ਹੋਈਆਂ ਭੇਡਾਂ ਸੀ ਉਹਨਾਂ ਨੂੰ ਪਾਲਣ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਇਸ ਦੁਨੀਆ ਦੇ ਵਿੱਚ ਭੇਜਿਆ। ਇਹ ਸਰਵੋਤਮ ਸ਼ਬਦ
ਉਹ ਚਰਵਾਹਾ ਮੈਨੂੰ ਭਾਲ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ। ਕਿੰਨੀ ਮਹਾਨ ਗੱਲ ਹੈ। ਪਹਿਲੀ ਗੱਲ ਅਸੀਂ ਦੇਖਦੇ ਹਾਂ, ਉਹ ਚਰਵਾਹਾ, ਉਹ ਆਇਆਲੀ ਮੈਨੂੰ ਭਾਲ ਕਰਨ ਦੇ ਲਈ ਆਇਆ, ਅਤੇ ਜਿਹੜਾ ਭਾਲ ਕਰਨ ਦੇ ਲਈ ਆਇਆ ਉਹ ਕੀ ਕਰਨ ਦੇ ਲਈ ਆਇਆ, ਉਸ ਨੂੰ ਅਸੀਂ ਜ਼ਬੂਰ 23 ਦੇ ਵਿੱਚ ਅਸੀਂ ਵੇਖਦੇ ਹਾਂ। ਜਦੋਂ ਅਸੀਂ ਜ਼ਬੂਰ 23 ਦੇ ਵਿੱਚ ਜਾਂਦੇ ਹਾਂ ਤਾਂ ਉਸ ਵਿੱਚ ਪਹਿਲੀ ਗੱਲ ਪਰਮੇਸ਼ਰ ਕਹਿੰਦਾ ਹੈ, ਅੱਛਾ ਚਰਵਾਹਾ ਮੈਂ ਹਾਂ। ਪਰਮੇਸ਼ਰ ਦੇ ਉਸ ਵਚਨ ਦੇ ਵਿੱਚ ਸਾਫ਼ ਤੌਰ ਤੇ ਪਹਿਲਾ ਹੀ ਸ਼ਬਦ ਹੈ, ਅੱਛਾ ਚਰਵਾਹਾ ਮੈਂ ਹਾਂ। ਅੱਛਾ ਅਯਾਲੀ ਮੈਂ ਹਾਂ, ਮੈਨੂੰ ਥੋੜ ਨਹੀਂ ਹੋਵੇਗੀ। ਭਜਨਕਾਰ ਇਹ ਗੱਲ ਕਹਿੰਦਾ। ਇਹਦਾ ਮਤਲਬ ਜਿਹੜਾ ਚਰਵਾਹਾ ਅੱਛਾ ਹੈ ਉਹ ਆਪਣੀਆਂ ਭੇਡਾਂ ਦੀ ਨੀਡ ਨੂੰ ਜਾਣਦਾ ਹੈ, ਆਪਣੀਆਂ ਭੇਡਾਂ ਦੀ ਰਿਕੁਆਇਰ ਨੂੰ ਸਮਝਦਾ ਹੈ, ਆਪਣੀਆਂ ਭੇਡਾਂ ਦੀ ਹਰ ਇੱਕ ਗੱਲ ਨੂੰ ਦੂਰ ਤੋਂ ਹੀ ਜਾਣਦਾ ਹੈ। ਕਈ ਲੋਕ ਸੋਚਦੇ ਆ ਕਿ ਚਰਵਾਹਾ ਮੈਨੂੰ ਦੇਖ ਨਹੀਂ ਰਿਹਾ, ਚਰਵਾਹਾ ਮੇਰੇ ਤੇ ਧਿਆਨ ਨਹੀਂ, ਪਰ ਚਰਵਾਹਾ ਉੱਚੇ ਤੇ ਬੈਠਾ ਹੈ। ਉਹ ਮੈਨੂੰ ਜਾਣਦਾ ਹੈ ਮੇਰੀ ਕਿਸ ਗੱਲ ਦੀ ਲੋੜ ਹੈ, ਉਹ ਜਾਣਦਾ ਹੈ ਮੈਂ ਕਿੱਥੋਂ ਕਮਜ਼ੋਰ ਹਾਂ, ਉਹ ਜਾਣਦਾ ਹੈ ਮੈਨੂੰ ਇਸ ਸਮੇਂ ਕਿੱਥੇ ਜਾਣਾ ਹੈ ਅਤੇ ਮੇਰੀ ਹਰ ਇੱਕ ਜ਼ਰੂਰਤ ਕਿੱਥੋਂ ਪੂਰੀ ਹੋ ਸਕਦੀ ਹੈ। ਉਸ ਨੇ ਮੇਰੇ ਲਈ ਪਹਿਲਾਂ ਤੋਂ ਹੀ ਉਸ ਹਰੀ ਚਰਾਗਾਹ ਦਾ ਮੈਦਾਨ ਲੱਭ ਕੇ ਰੱਖਿਆ ਹੋਇਆ ਹੈ। ਮੈਨੂੰ ਲੱਭਣ ਦੀ ਲੋੜ ਨਹੀਂ, ਮੇਰੇ ਲਈ ਉਹ ਭਾਲ ਕਰਦਾ ਹੈ ਅੱਛੀਆਂ ਵਸਤਾਂ ਦੀ, ਅੱਛੇ ਕੰਮ ਦੀ। ਪਰ ਕੀ ਮੈਂ ਆਪਣੇ ਉਸ ਚਰਵਾਹੇ ਦੇ ਅਧੀਨ ਹਾਂ? ਕੀ ਮੈਂ ਉਸ ਆਪਣੇ ਚਰਵਾਹੇ ਦੀ ਆਵਾਜ਼ ਸੁਣ ਰਿਹਾ ਹਾਂ? ਕੀ ਮੈਂ ਉਸ ਚਰਵਾਹੇ ਦਾ ਪਿੱਛਾ ਕਰ ਰਿਹਾ ਹਾਂ? ਕੀ ਉਸ ਚਰਵਾਹੇ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਰੱਖ ਰਿਹਾ ਹਾਂ? ਜੇ ਮੈਂ ਇਸ ਤਰ੍ਹਾਂ ਹਾਂ ਤਾਂ ਮੈਂ ਉਸ ਚਰਵਾਹੇ ਦੀ, ਜਿਸ ਚਰਵਾਹੇ ਨੇ ਮੈਨੂੰ ਪਹਿਲਾਂ ਲੱਭਿਆ ਹੈ, ਦੂਸਰਾ ਮੈਨੂੰ ਅਜਿਹੀ ਜਗ੍ਹਾ ਤੇ ਲੈ ਕੇ ਗਿਆ ਹੈ ਜਿੱਥੇ ਮੇਰੀ ਹਰ ਇੱਕ ਜ਼ਰੂਰਤ, ਮੇਰੀ ਫੀਡ, ਮੇਰੀ ਜੋ એનર્ਜੀ ਦੀ ਜ਼ਰੂਰਤ ਹੈ, ਮੈਨੂੰ ਉਸ ਜਗ੍ਹਾ ਦੇ ਉੱਤੇ ਲੈ ਕੇ ਗਿਆ। ਮੈਨੂੰ ਉਸ ਬਾੜੇ ਵਿੱਚ ਲੈ ਕੇ ਆਇਆ ਹੈ ਜਿਸ ਬਾੜੇ ਦੇ ਵਿੱਚ ਮੇਰੇ ਲਈ ਸਭ ਚੀਜ਼ਾਂ ਉਪਲਬਧ ਹੈ। ਇਸੇ ਕਰਕੇ ਤਾਂ ਪ੍ਰਭੂ ਯਿਸੂ ਮਸੀਹ, ਜਿਸ ਨੂੰ ਪਰਮੇਸ਼ਵਰ ਨੇ ਮੈਨੂੰ ਗੁਆਚੇ ਹੋਏ ਨੂੰ ਭਾਲਣ ਦੇ ਲਈ ਕਿਹਾ, ਉਹ ਆਪਣਾ ਯਹੋਨਾ 10 ਅਧਿਆਏ ਦੀ 1 ਆਇਤ ਅਤੇ ਉਸ ਦੀ ਜਦੋਂ ਅਸੀਂ 10 ਤੋਂ 12 ਆਇਤਾਂ ਦੇ ਵਿੱਚ ਪੜ੍ਹਦੇ ਹਾਂ ਤਾਂ ਕਹਿੰਦਾ ਹੈ, ਅੱਛਾ ਅਯਾਲੀ ਮੈਂ। ਅੱਛਾ ਅਯਾਲੀ ਆਪਣੀਆਂ ਭੇਡਾਂ ਦੇ ਲਈ ਜਾਨ ਦਿੰਦਾ ਹੈ। ਸਭ ਤੋਂ ਸਰਵੋਤਮ ਚਰਵਾਹਾ ਉਹ ਹੈ ਜਿਹੜਾ ਮੇਰੀ ਭਾਲ ਕਰਦਾ ਹੈ। ਜਦੋਂ ਮੈਂ ਲੱਭ ਜਾਂਦਾ ਹਾਂ ਤਾਂ ਮੈਨੂੰ ਉਸ ਜਗ੍ਹਾ ਦੇ ਉੱਤੇ ਲੈ ਕੇ ਜਾਂਦਾ ਜਿੱਥੇ ਮੇਰੀ ਸਾਰੀ ਜ਼ਰੂਰਤ ਪੂਰੀ ਹੁੰਦੀ ਹੈ, ਔਰ ਉਸ ਤੋਂ ਉਪਰੰਤ ਮੈਨੂੰ ਬਚਾਉਣ ਦੇ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਂਦਾ ਹੈ ਅਤੇ ਮੈਨੂੰ ਬਚਾਉਣ ਦੇ ਲਈ ਉਹ ਆਪਣੀ ਜਾਨ ਦੇ ਦਿੰਦਾ ਹੈ। ਤੁਸੀਂ ਜਾਣਦੇ ਹੋ ਉਸ ਚਰਵਾਹੇ ਦੇ ਬਾਰੇ? ਬਹੁਤਿਆਂ ਨੂੰ ਉਸ ਅਯਾਲੀ ਦੇ ਬਾਰੇ ਪਤਾ ਹੀ ਨਹੀਂ ਹੈ। ਉਹ ਅਯਾਲੀ ਪ੍ਰਭੂ ਯਿਸੂ ਮਸੀਹ ਹੈ, ਜਿਸ ਨੂੰ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਵਰ ਨੇ ਮੇਰੇ ਲਈ, ਮੈਨੂੰ ਬਚਾਉਣ ਦੇ ਲਈ ਇਸ ਧਰਤੀ ਦੇ ਉੱਤੇ ਘੱਲਿਆ। ਮੈਂ ਗੁਆਚਿਆ ਹੋਇਆ ਸੀ। ਜਦੋਂ ਮੈਂ ਲੂਕਾ ਰਚਿਤ ਸੁਸਮਾਚਾਰ ਉਸ ਦਾ 15 ਅਧਿਆਏ ਨੂੰ ਪੜ੍ਹਦਾ ਹਾਂ, ਲੂਕਾ ਰਚਿਤ ਸੁਸਮਾਚਾਰ ਉਸ ਦੇ 15 ਅਧਿਆਏ ਦੇ ਉੱਤੇ ਮੇਰਾ ਧਿਆਨ ਜਾਂਦਾ ਹੈ, ਤਾਂ ਉਸ ਦੇ ਵਿੱਚ ਮੈਨੂੰ ਕੀ ਕਹਿੰਦਾ ਹੈ, ਗੁਆਚੀ ਹੋਈ ਭੇਡ ਦਾ ਇੱਕ ਦ੍ਰਿਸ਼ਟਾਂਤ ਆਉਂਦਾ ਹੈ। ਮੇਰਾ ਅਯਾਲੀ ਪ੍ਰਭੂ ਯਿਸੂ ਮਸੀਹ ਉੱਥੇ ਕੀ ਕਹਿ ਰਿਹਾ ਹੈ? ਕਹਿੰਦਾ ਹੈ, ਮੈਂ ਤੁਹਾਨੂੰ ਆਖਦਾ ਹਾਂ, ਜੋ ਇਸ ਤਰ੍ਹਾਂ ਸਵਰਗ ਦੇ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਜਿਹਨੂੰ ਤੌਬਾ ਕਰਨ ਦੀ ਲੋੜ ਨਹੀਂ, ਬਹੁਤ ਖੁਸ਼ੀ ਹੋਵੇਗੀ। ਇਹਦਾ ਮਤਲਬ ਇੱਥੇ ਕੀ ਕਹਿ ਰਿਹਾ ਹੈ? ਪਰਮੇਸ਼ਵਰ ਦਾ ਪੁੱਤਰ ਗੁਆਚੇ ਹੋਇਆਂ ਨੂੰ ਭਾਲਣ ਲਈ ਆਇਆ। ਕਿਹਨੂੰ?
ਗੁਆਚੇ ਹੋਏ ਹਨ। ਇਹਨੂੰ ਅਸੀਂ ਕਿੱਥੇ ਪੜ੍ਹ ਸਕਦੇ ਹਾਂ? 19 ਅਧਿਆਏ ਲੂਕਾ ਦੀ ਅੰਜੀਲ 19 ਅਧਿਆਏ ਅਧਿਆਏ ਉਸ ਦੀ 10 ਆਇਤ ਦੇ ਵਿੱਚ ਲਿਖਿਆ ਹੈ, ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਪਾਲਣ ਅਤੇ ਬਚਾਉਣ ਦੇ ਲਈ ਆਇਆ ਹੈ। ਅੱਛਾ ਅਯਾਲੀ ਆਪਣੀਆਂ ਭੇਡਾਂ ਦੇ ਲਈ ਜਾਣਾ। ਇਹਦਾ ਮਤਲਬ ਜਦੋਂ ਉਸਨੇ ਮੈਨੂੰ ਪਾ ਲਿਆ ਅਤੇ ਮੈਨੂੰ ਆਪਣੇ ਇੱਜੜ ਦੇ ਵਿੱਚ ਲੈ ਕੇ ਆ ਗਿਆ, ਤਦ ਉਸਨੇ ਮੇਰੀ ਭਾਲ ਦੇ ਲਈ। ਬਾਈਬਲ ਦੇ ਵਿੱਚ ਪੌਲਸ ਰਸੂਲ ਕਹਿੰਦਾ ਹੈ ਕਿਹਨਾਂ ਨੂੰ ਨਿਯੁਕਤ ਕੀਤਾ ਹੈ? ਚਰਵਾਹਿਆਂ। ਚਰਵਾਹੇ ਦਾ ਮਤਲਬ ਐਲਡਰ। ਐਲਡਰ ਦਾ ਮਤਲਬ ਆਗੂ। ਉਹਨਾਂ ਨੂੰ ਨਿਯੁਕਤ ਕੀਤਾ ਹੈ। ਕੀ ਕਹਿੰਦਾ ਹੈ ਰਸੂਲਾਂ ਦੇ ਕਰਤੱਵ 20 ਅਧਿਆਏ ਉਸ ਦੀ ਜਦੋਂ ਅਸੀਂ 28 ਅਤੇ 29 ਆਇਤ ਨੂੰ ਪੜ੍ਹਦੇ ਹਾਂ ਤਾਂ ਇੱਥੇ ਕਹਿੰਦਾ ਹੈ, ਤੁਸੀਂ ਆਪਣੀ ਨਾਲੇ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਵਾਨ ਠਹਿਰਾਇਆ ਹੈ, ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਲਹੂ ਨਾਲ ਮੁੱਲ ਲਿਆ ਹੈ। ਮੈਂ ਜਾਣਦਾ ਹਾਂ ਕਿ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਗਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ। ਇਹਦਾ ਮਤਲਬ ਕਲੀਸਿਆ ਨੂੰ ਬਚਾਉਣ ਦੇ ਲਈ, ਕਲੀਸਿਆ ਦੀ ਹਰ ਇੱਕ ਭੇਡ ਦੀ ਰਾਖੀ ਕਰਨ ਦੇ ਲਈ ਪਰਮੇਸ਼ਵਰ ਨੇ ਕਲੀਸਿਆ ਦੇ ਵਿੱਚ ਚਰਵਾਹੇ ਨਿਯੁਕਤ ਕੀਤੇ। ਚਰਵਾਹਿਆਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਾਲ ਸਮਝਣਾ ਹੈ। ਇੱਕ ਵੀ ਭੇਡ ਅਗਰ ਲੋਸ ਹੁੰਦੀ ਹੈ, ਇੱਕ ਵੀ ਭੇਡ ਅਗਰ ਖੋ ਜਾਂਦੀ ਹੈ, ਇੱਕ ਵੀ ਭੇਡ ਕਿਸੇ ਦੇ ਕਾਰਨ ਇਸ ਕਲੀਸਿਆ ਦੇ ਵਿੱਚ ਠੋਕਰ ਖਾਂਦੀ ਹੈ ਤਾਂ ਉਸ ਦਾ ਲੇਖਾ ਬਾਈਬਲ ਦੱਸਦੀ ਹੈ ਚਰਵਾਹਿਆਂ ਤੋਂ, ਐਲਡਰਾਂ ਤੋਂ ਲਿਆ ਜਾਏ। ਐਲਡਰ ਨੂੰ ਆਪਣੀ ਕਲੀਸਿਆ ਦੇ ਲਈ ਗੰਭੀਰ ਹੋਣਾ ਹੈ। ਇੱਕ ਚਰਵਾਹੇ ਨੂੰ ਆਪਣੀ ਕਲੀਸਿਆ ਦੇ ਲਈ ਗੰਭੀਰ ਹੋਣਾ ਹੈ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ ਗੰਭੀਰ ਹੋਇਆ ਅਤੇ ਉਸਨੇ ਗੰਭੀਰ ਹੋ ਕੇ ਪਰਮੇਸ਼ਵਰ ਦੇ ਉਸ ਹੁਕਮ ਨੂੰ ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਆਪਣੀ ਜਾਨ ਦੇ ਕੇ ਪੂਰਾ ਕੀਤਾ ਹੈ। ਇਸ ਲਈ ਕਲੀਸਿਆ ਦੇ ਚਰਵਾਹਿਆਂ ਨੂੰ ਵੀ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਆਪਣੀ ਜਾਨ ਤੱਕ ਉਹਨਾਂ ਨੂੰ ਕਲੀਸਿਆ ਦੇ ਵਿੱਚ ਹਰ ਇੱਕ ਭੇਡ ਨੂੰ ਬਚਾਉਣਾ ਹੈ। ਅਗਰ ਉਹ ਭੇਡ ਗਲਤ ਦਿਸ਼ਾ ਵਿੱਚ ਗਈ ਹੈ ਜਾਂ ਗਲਤ ਦਿਸ਼ਾ ਵਿੱਚ ਜਾ ਰਹੀ ਹੈ ਜਾਂ ਗਲਤ ਕੰਮ ਕਰ ਦਿੱਤਾ ਹੈ, ਉਸ ਨੂੰ ਕਿਸ ਤਰ੍ਹਾਂ ਆਪਣੇ ਝੁੰਡ ਦੇ ਵਿੱਚ ਸਫਾਈ ਦੇ ਨਾਲ ਲੈ ਕੇ ਆਉਣਾ ਹੈ, ਪਵਿੱਤਰਤਾ ਦੇ ਨਾਲ ਲੈ ਕੇ ਆਉਣਾ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ। ਕਈ ਭੇਡਾਂ ਢੀਠ ਹੁੰਦੀਆਂ, ਕਈ ਭੇਡਾਂ ਨੂੰ ਮਾਰਨ ਦੀ ਆਦਤ ਹੁੰਦੀ ਹੈ, ਕਈ ਭੇਡਾਂ ਨੂੰ ਨਾ ਖਾਣ ਦੀ ਆਦਤ ਹੁੰਦੀ ਹੈ, ਕਈ ਭੇਡਾਂ ਨੂੰ ਦੂਰ ਰਹਿਣ ਦੀ ਆਦਤ ਹੁੰਦੀ ਹੈ, ਕਈ ਭੇਡਾਂ ਦੇ ਜੀਵਨ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਖੁਣਸ ਹੁੰਦੀ ਹੈ। ਅਯਾਲੀ ਨੇ, ਚਰਵਾਹੇ ਨੇ ਉਹਨਾਂ ਭੇਡਾਂ ਦੀ ਹਰ ਇੱਕ ਨੀਡ ਨੂੰ ਪੂਰਾ ਕਰਨਾ ਹੈ। ਇਹ ਹੈ ਆਗੂਆਂ ਦਾ ਕੰਮ, ਇਹ ਹੈ ਐਲਡਰਸ ਦਾ ਕੰਮ। ਇਸ ਕਰਕੇ ਕੀ ਕਹਿੰਦਾ ਹੈ ਪਤਰਸ ਦੀ ਪੁਸਤਕ, ਜਦੋਂ ਅਸੀਂ ਪਹਿਲਾ ਪਤਰਸ 5 ਅਧਿਆਏ ਉਸ ਦੀ 1 ਅਤੇ 2 ਆਇਤ ਨੂੰ ਪੜ੍ਹਦੇ ਹਾਂ ਤਾਂ ਕੀ ਕਹਿੰਦਾ ਹੈ? ਕਹਿੰਦਾ ਜਿਹੜੇ ਤੁਹਾਡੇ ਵਿੱਚ ਬਜ਼ੁਰਗ ਭਾਵ ਚਰਵਾਹੇ ਤੁਹਾਡੇ ਵਿੱਚ ਹਨ, ਮੈਂ ਜੋ ਉਹਨਾਂ ਦੇ ਨਾਲ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਨਾਲੇ ਉਸ ਤੇਜ ਦੇ ਵਿੱਚ ਜੋ ਪ੍ਰਕਾਸ਼ ਹੋਣ ਵਾਲਾ ਹੈ ਸਾਂਝੀ ਹਾਂ, ਉਹਨਾਂ ਦੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਪਰਮੇਸ਼ਵਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ, ਪਰ ਲਾਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਅਤੇ ਨਾ ਝੂਠ ਨਫੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ ਚਰਵਾਹੀ ਕਰੋ। ਮੇਰੇ ਪਿਆਰੇ ਅਜ਼ੀਜ਼, ਪਹਿਲੀ ਗੱਲ ਅਸੀਂ ਚਰਵਾਹੇ ਦੇ ਬਾਰੇ ਸਿੱਖਦੇ ਹਾਂ ਕਿ ਚਰਵਾਹਾ ਮੇਰੀ ਭਾਲ ਕਰਦਾ ਹੈ। ਦੂਸਰੀ ਗੱਲ ਅਸੀਂ ਸਿੱਖਦੇ ਹਾਂ
कि चरवाहा जिस वेले मैनू पाल लैंदा है तां मैनू अजिही जगह दे उत्ते लैके जांदा है जिथे हरी हरी घाह है। तीसरी गल, ਉਹ ਮੈਨੂੰ ਅਜਿਹੇ ਇੱਜੜ ਦੇ ਵਿੱਚ ਲੈ ਕੇ ਆਉਂਦਾ ਹੈ ਜਿੱਥੇ ਪਰਮੇਸ਼ਰ ਦੀ ਪਵਿੱਤਰਤਾ ਹੈ। ਕਹਿਣ ਦਾ ਭਾਵ ਪ੍ਰਭੂ ਯਿਸੂ ਮਸੀਹ ਦੇ ਉਸ ਝੁੰਡ ਦੇ ਵਿੱਚ ਜਿਸ ਨੂੰ ਪਰਮੇਸ਼ਰ ਨੇ ਆਪਣੇ ਲਹੂ ਦੇ ਨਾਲ, ਆਪਣੇ ਪੁੱਤਰ ਦੇ ਲਹੂ ਦੇ ਨਾਲ ਮੁੱਲ ਲਿਆ ਹੈ। ਔਰ ਜਦੋਂ ਉਸ ਝੁੰਡ ਦੇ ਵਿੱਚ ਉਹ ਸ਼ਮੂਲੀਅਤ ਕਰ ਲੈਂਦਾ ਹੈ ਤਾਂ ਉਸ ਨੂੰ ਉਹਨਾਂ ਆਗੂਆਂ ਦੇ ਅਧੀਨ ਛੱਡ ਦਿੰਦਾ ਹੈ, ਉਹਨਾਂ ਚਰਵਾਹਿਆਂ ਦੇ ਅਧੀਨ ਛੱਡ ਦਿੰਦਾ ਹੈ ਜਿਹੜੇ ਝੁੰਡ ਦੀ ਰਾਖੀ ਕਰਦੇ, ਐਲਡਰਸ। ਇਸ ਲਈ ਸਰਵੋਤਮ ਚਰਵਾਹੇ ਨੇ ਸਰਵੋਤਮ ਕੰਮ ਮੇਰੇ ਲਈ ਕਰ ਦਿੱਤਾ ਹੈ ਕਿ ਮੈਂ ਹੁਣ ਉਸ ਸਰਵੋਤਮ ਚਰਵਾਹੇ ਦਾ ਚਰਵਾਹੀ ਦਾ ਕੰਮ ਗੰਭੀਰਤਾ ਦੇ ਨਾਲ ਕਰ ਰਿਹਾ ਹਾਂ। ਜੇ ਮੈਂ ਕਰ ਰਿਹਾ ਹਾਂ ਤਾਂ ਮੈਂ ਅੱਛਾ ਚਰਵਾਹਾ ਉਹ ਹੈ। ਦੂਸਰੀ ਇਸ ਤੋਂ ਅਲੱਗ ਪੁਆਇੰਟ ਹੈ, ਅੱਛਾ ਚਰਵਾਹਾ ਉਹ ਹੈ ਜੋ ਆਪਣੀ ਭੇਡ ਦੀ ਨੀਡ ਵੀ ਸਮਝਦਾ ਹੈ ਅਤੇ ਉਸ ਭੇਡ ਦੇ ਵਿੱਚ ਜੋ ਕਮੀ ਹੈ ਉਸ ਨੂੰ ਵੀ ਪੂਰੀ ਕਰਦਾ ਹੈ। ਅਗਰ ਭੇਡ ਝੁੰਡ ਤੋਂ ਬਾਹਰ ਗਈ ਹੈ ਤਾਂ ਉਸ ਨੂੰ ਘੇਰ ਕੇ ਵੀ ਲੈ ਕੇ ਆ। ਇਹਦਾ ਮਤਲਬ ਜ਼ਿੰਮੇਦਾਰ ਚਰਵਾਹਾ, चिंता करने वाला चरवाहा, साडी हर एक लोड़ नूं पूरा करने वाला चरवाहा, साडे दुखां दे विच दर्दी वंड वाला चरवाहा। यारो, परमेश्वर ने मैनू अते आप नूं ये जिम्मेदारी दित्ती हुई है। असीं उस जिम्मेदारी दे विच, जे तुसीं कलीसिया दे विच विश्वासी हो तां जरूर है अपने चरवाहे दी, अपने एल्डर की सुन। और चरवाहा वो है जिहड़ा तजर्बेकार है। चरवाहा वो है जो अपने परिवार की पिठ पाल करता है। चरवाहा वो है जो अपने परिवार नूं नियम अनुसार रख के कलीसिया नूं चलाउंदा है। वो चरवाहा नहीं जिहड़ा अपने आप नूं तां अच्छे तरीके नाल चला रहा है, अपने आप नूं नियम के अनुसार रख रहा, पर अपने परिवार नूं, अपने बच्चों नूं नहीं रख रहा, तो बाइबल दे विच लिखिया वो कलीसिया की चरवाही ना करे, क्योंकि उस नूं दुगना लेखा देना पएगा। अपने आप नूं परमेश्वर दे आगुआं दे अधीन रखो। पौलुस इहो कहंदा है तुसी आगुआं दे अधीन रहो। वो वचन भी मैं पढ़ के समाप्ति दे विच जावांगा। थैसलोनिक दी पुस्तक उसदा 5 अध्याय, थैसलोनिक दी पुस्तक उसदा 5 अध्याय उसदी 12 आयत नूं मैं आपदे लई पढ़ रहा हाँ। हुण हे प्रभु, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ, ਤੁਸੀਂ ਉਹਨਾਂ ਨੂੰ ਮੰਨੋ। ਇਹਦਾ ਮਤਲਬ ਵਿਸ਼ਵਾਸੀਆਂ ਨੂੰ ਉਹਨਾਂ ਨੂੰ ਮੰਨਣਾ ਪਏਗਾ, ਉਹਨਾਂ ਦੀ ਸੁਣਨੀ ਪਏਗੀ। ਜੇ ਅਸੀਂ ਨਹੀਂ ਸੁਣਦੇ ਹਾਂ, ਅਸੀਂ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ उस विश्वासी नूं डिसिपलिन दे विच रखण दे कुछ नियम, कुछ हिदायतां दित्तियां गईयां, उस दे अनुसार जीवन। इस करके सब तो पहला अच्छे चरवाहे नूं पछाणो। अच्छा चरवाहा परमेश्वर कहंदा मैं हाँ, प्रभु यीशु मसीह कहंदा अच्छा चरवाहा मैं हाँ। पवित्र आत्मा इब्रानियां दी पुस्तक 13 अध्याय दे विच कहंदा है मैं अच्छे आयाली दे कोल तुहानूं ले आया हाँ। और अंतिम गल जिहड़ी है जो सानू चरवाही दित्ती गई है एल्डर्स नूं, ओहदे चरवाही दे अधीन असी रह के अपने जीवन नूं बतीत करना। जे तुसी अच्छे चरवाहे नूं जान गए हो तां ओहदे पिछे जाना है। बहुत सारे इहो जिहे चरवाहे ने जिहड़े भेडां नूं फलौक कर दिंदे ने, उहनां नूं नाश कर दिंदे ने अते उहनां दे जीवन नूं दुगना नरकीय बना दिंदे ने। चरवाहा वो है जिहड़ा अपने भेडां दी ख्याल रख, ये नहीं कि वह भेडां नूं लुट लुट के खा लैंदा है। अजिहे चरवाहियां दे पिछे ना जाओ, ना उन्हां दे पिछे लगो। इसलिए चरवाहे की पछाण करो। वचन दे विच अलग अलग तरीके दे नाल चरवाहे की पछाण दित्ती गई है।
ਯਸ਼ਾਇਆ ਦੇ ਵਿੱਚ ਵੀ ਚਰਵਾਹੇ ਦੀ ਪਛਾਣ ਹੈ, ਯਰਮਾਇਆ ਦੇ ਵਿੱਚ ਵੀ ਚਰਵਾਹੇ ਦੀ ਪਛਾਣ ਹੈ, ਔਰ ਹਿਜ਼ਕੀਏਲ ਦੇ ਵਿੱਚ ਵੀ ਚਰਵਾਹੇ ਦੀ ਪਛਾਣ ਹੈ, ਔਰ ਲੂਕਾ ਦੇ ਵਿੱਚ ਪਰਮੇਸ਼ਰ ਦੇ ਚਰਵਾਹੇ ਦੀ ਪਛਾਣ ਹੈ, ਔਰ ਉਸ ਤੋਂ ਉਪਰੰਤ ਅਸੀਂ ਯਹੋਨਾ ਦੇ ਵਿੱਚ ਚਰਵਾਹੇ ਦੀ ਪਛਾਣ ਦੇਖਦੇ ਹਾਂ, ਔਰ ਉਸ ਤੋਂ ਉਪਰੰਤ ਅਸੀਂ ਚਰਵਾਹੇ ਦੀ ਪਛਾਣ ਰਸੂਲਾਂ ਦੇ ਕਰਤੱਵ ਦੇ ਵਿੱਚ ਵੀ ਦੇਖਦੇ ਹਾਂ। ਪਿਆਰੋ, ਪਰਮੇਸ਼ਵਰ ਦੇ ਸਰਵੋਤਮ ਚਰਵਾਹੇ ਦੀ ਪਛਾਣ ਦੇ ਵਿੱਚ ਵਧਦੇ ਜਾਓ ਔਰ ਆਪਣੇ ਆਪ ਨੂੰ ਉਸ ਚਰਵਾਹੇ ਦੇ ਅਧੀਨ ਹੋ ਕੇ ਸੁਰੱਖਿਅਤ ਪ੍ਰਭੂ ਦੀ ਆਮਦ ਦੀ ਜਿਉਂਦੀ ਆਸ ਦੇ ਵਿੱਚ ਵਧਦੇ ਜਾਓ, ਤਾਂ ਕਿ ਤੁਸੀਂ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਮਲਿਤ ਹੋ ਸਕੋ। ਪਰਮੇਸ਼ਵਰ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ ਔਰ ਆਪਣੇ ਵਚਨ ਦੇ ਨਾਲ ਅੱਗੇ ਵਧਣ ਦੇ ਲਈ ਆਪਣਾ ਬੰਦ। ਜੈ ਮਸੀਹ।